ਬੇਸਿਕਲੀ ਅਨਫੋਰਚੂਨੇਟ ਇੱਥੇ ਬਹੁਤ ਹਾਦਸਾ ਜਿਹੜਾ ਅਨਫੋਰਚੂਨੇਟ ਵਾਪਰਿਆ ਹੈਗਾ ਮਜੀਠਾ ਹਲਕੇ ਦੇ ਵਿੱਚ, ਜਿਹਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਸ ਦਾ ਸੇਵਨ ਕਰਨ ਕਾਰਨ ਜਿਹੜੇ 14 ਪਰਸਨਸ ਦੀ ਡੈਥ ਹੋ ਚੁੱਕੀ ਹੈ। ਤੇ ਸਾਨੂੰ ਜਦੋਂ ਕੱਲ ਇਨਫੋਰਮੇਸ਼ਨ ਆਈ ਹੈ ਕਿ ਕੁਝ ਲੋਕਾਂ ਨੇ ਕ੍ਰਿਟੀਕਲ ਸਿਚੁਏਸ਼ਨ ਉਹਨਾਂ ਦੇ ਸਿੰਪਟਮਸ ਜਿਹੜੇ ਨੇ ਪ੍ਰੈਜ਼ੈਂਟ ਕੀਤੇ ਹੈ, ਤਾਂ ਅਸੀਂ ਇਮੀਡੀਏਟਲੀ ਲੋਕਾਂ ਨੂੰ ਇਹ 5 ਪਿੰਡ ਸੀਗੇ ਬੇਸਿਕਲੀ, ਤਾਂ ਆਪਾਂ ਇਮੀਡੀਏਟਲੀ ਆਪਣੀ ਮੈਡੀਕਲ ਟੀਮਸ ਰਸ਼ ਕੀਤੀਆਂ ਤੇ ਲੋਕਾਂ ਨੂੰ ਅਸੀਂ ਹਸਪੀਟਲ ਵੀ ਪਹੁੰਚਾਇਆ ਹੈਗਾ। ਐਜ਼ ਆਫ ਨਾਓ 6 ਪਰਸਨਸ ਹਸਪੀਟਲ ਦੇ ਵਿੱਚ ਵੀ ਐਡਮਿਟਡ ਹਨ, ਜਿਨ੍ਹਾਂ ਨੂੰ ਅਸੀਂ ਜਿਹੜੀ ਸਾਡੀ ਡਾਕਟਰਸ ਦੀ ਟੀਮ ਸੀਗੀ ਉਹ ਸਮਝਦੀ ਸੀਗੀ ਕਿ ਵਲਨਰੇਬਲ ਸੀਗੇ। ਸੋ ਅਸੀਂ ਹੁਣ ਵੀ ਡੋਰ ਟੂ ਡੋਰ ਜਾ ਕੇ ਹੁਣ ਵੀ ਇਹ ਕਰ ਰਹੇ ਹੈਗੇ ਕਿ ਲੋਕਾਂ ਨੂੰ ਇਹ ਸੈਂਸਿਟਾਈਜ਼ ਕਰ ਰਹੇ ਹਾਂ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੈ ਇਹਦਾ ਜਿਹੜਾ ਇਫੈਕਟ ਹੈ ਇਹ 24 ਤੋਂ 48 ਘੰਟਿਆਂ ਦੇ ਵਿੱਚ ਵੀ ਆ ਸਕਦਾ ਹੈ, ਕਿਉਂਕਿ ਕੁਝ ਲੋਕਾਂ ਦੇ ਵਿੱਚ ਕਾਫੀ ਰੈਜ਼ਿਸਟੈਂਸ ਵੀ ਸੀਗੀ ਕਿ ਅਸੀਂ ਬਿਲਕੁਲ ਠੀਕ ਹੈ ਜੀ, ਅਸੀਂ ਨਹੀਂ ਦਿਖਾਣਾ ਚਾਹੁੰਦੇ। ਪਰ ਮੈਂ ਤੁਹਾਡੇ ਰਾਹੀਂ ਵੀ ਇਹ ਕਹਿਣਾ ਚਾਹੁੰਦੀ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੁੰਦੀ ਹੈ ਇਹ ਜ਼ਰੂਰੀ ਹੈ ਕਿ ਜੇ ਅਸੀਂ ਸੇਵਨ ਕੀਤਾ ਹੋਇਆ ਹੋਵੇ ਤਾਂ ਆਪਾਂ ਇਹਦੀ ਚੈੱਕਅਪ ਜ਼ਰੂਰ ਕਰਾ ਲਈਏ, ਬਿਕੋਜ਼ ਇਹਦੇ ਨਾਲ ਸਾਡਾ ਕਾਫੀ ਬਚਾਅ ਹੋ ਸਕਦਾ ਹੈ, ਕਿਉਂਕਿ ਜਿਹੜੇ ਪੇਸ਼ੈਂਟਸ ਨੂੰ ਹਸਪੀਟਲ ਦੇ ਵਿੱਚ ਐਡਮਿਟਡ ਨੇ ਉਹ ਕਾਫੀ ਠੀਕ ਹੋ ਰਹੇ ਨੇ। ਸੋ ਮੈਂ ਸਾਰਿਆਂ ਨੂੰ ਹੀ ਤੁਹਾਡੇ ਰਾਹੀਂ ਅਪੀਲ ਕਰਦੀ ਹਾਂ। ਸੈਕੰਡਲੀ ਮੈਂ ਇਹ ਵੀ ਅਪੀਲ ਕਰਦੀ ਕਿ ਅਸੀਂ ਔਨਲਾਈਨ ਜਿੱਦਾਂ ਕੋਈ ਚੀਜ਼ ਮੰਗਾ ਲਈ, ਇਹ ਬਹੁਤ ਹੀ ਮਾੜੀ ਗੱਲ ਹੈ ਜੀ, ਇਹ ਬਿਲਕੁਲ ਹੀ ਇੱਦਾਂ ਦੀ ਚੀਜ਼ਾਂ ਨਾ ਕਰਿਓ, ਬਿਕੋਜ਼ ਔਨਲਾਈਨ ਇਹ ਨਹੀਂ ਹੁੰਦਾ ਕਿ ਆਪਾਂ ਔਨਲਾਈਨ ਮੰਗਾ ਲਈ ਆਪਣੇ ਆਪ ਜਿਹੜੀ ਹੈ ਉਹ ਚੀਜ਼ ਫਿਰ ਡਿਸਟਰੀਬਿਊਟ ਕਰ ਦਿੱਤੀ। ਇਨਫੈਕਟ ਪੁਲਿਸ ਵੱਲੋਂ ਆਲਰੇਡੀ ਜਿਹੜੇ ਮੇਨ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈਗਾ, ਜਿਨ੍ਹਾਂ ਨੇ ਸਪਲਾਈ ਕੀਤੀ ਹੈਗੀ ਹੈ, ਤੇ ਜਿਹੜੀ ਸਪਲਾਈ ਚੇਨ ਹੈ ਉਹਦੇ ਤੇ ਵੀ ਐਕਸਾਈਜ਼ ਤੇ ਪੁਲਿਸ ਦਾ ਵੱਡਾ ਐਕਸ਼ਨ ਹੋ ਰਿਹਾ ਹੈ। ਸੋ ਮੈਂ ਸਾਰਿਆਂ ਨੂੰ ਹੀ ਦੁਬਾਰਾ ਇਹ ਦੱਸ ਰਹੀ ਹਾਂ ਕਿ ਪਲੀਜ਼ ਇੱਦਾਂ ਦੀ ਚੀਜ਼ਾਂ ਨਾ ਕਰਿਓ ਕਿ ਤੁਸੀਂ ਔਨਲਾਈਨ ਕੁਝ ਵੀ ਮੰਗਾ ਲਿਆ ਤੇ ਉਹਦਾ ਸੇਵਨ ਕਰ ਲਿਆ, ਇਹ ਫੇਟਲ ਹੋ ਸਕਦਾ ਹੈ ਜੀ। ਤੇ ਅਸੀਂ ਸਾਰੇ ਪਰਿਵਾਰਾਂ ਨਾਲ ਖੜੇ ਹੈਗੇ ਹਾਂ ਤੇ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਜੋ ਵੀ ਇਹਨਾਂ ਦਾ ਇਲਾਜ ਹੈਗਾ ਤੇ ਸਹਾਇਤਾ ਹੈਗੀ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ। ਸਰ ਇਹ ਜਿਹੜੇ 14 ਲੋਕ ਹੈ ਇੱਕੋ ਪਿੰਡ ਦੇ ਜਾਂ ਅਲੱਗ-ਅਲੱਗ ਪਿੰਡ? ਨਹੀਂ ਜੀ, ਇਹ 5 ਪਿੰਡਾਂ ਦੇ ਵਿੱਚ ਜਿਹੜੀ ਘਟਨਾ ਹੈਗੀ ਹੈ ਇਹਦਾ ਇੰਪੈਕਟ ਹੋਇਆ ਹੈਗਾ, ਤਾਂ 5 ਪਿੰਡਾਂ ਦੇ ਵਿੱਚ ਹੀ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਤੇ ਇਹ ਸਾਰੇ ਵੱਖ-ਵੱਖ ਪਿੰਡਾਂ ਤੋਂ ਹੈਗੇ ਆ। ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਮੈਂ ਅਪੀਲ ਜਿਹੜੀ ਕੀਤੀ ਹੈ ਜੀ ਮੈਂ ਉਹੀ ਦੁਹਰਾ ਰਹੀ ਹਾਂ ਕਿ ਉਹ ਜ਼ਰੂਰ ਇੱਦਾਂ ਦੀ ਚੀਜ਼ਾਂ ਦਾ ਸੇਵਨ ਸਪੈਸ਼ਲੀ ਔਨਲਾਈਨ ਮੰਗਾ ਕੇ ਨਾ ਕੀਤਾ ਜਾਵੇ। ਨਾ ਇੱਦਾਂ ਦਾ ਜੇ ਸਾਨੂੰ ਕੋਈ ਹੈ ਕੋਈ ਸਿੰਪਟਮ ਹੈ ਜਾਂ ਨਹੀਂ ਹੈ ਉਹ ਮਤਲਬ ਨਹੀਂ ਰੱਖਦਾ, ਕਿਉਂਕਿ ਇਹਦਾ ਜਿਹੜਾ ਸਿੰਪਟਮ ਹੈ ਉਹ 24 ਘੰਟੇ ਤੋਂ 48 घंटे के बीच भी आ सकता है। सो इमीडिएटली इलाज आप करा लीजिए। थैंक यू। देखिए जी, हमें कल रात को अराउंड 9:30 हमें एक इन्फॉर्मेशन मिलती है कि यहाँ पे स्प्यूरियस लिकर पी के लोगों की डेथ्स होनी शुरू हो गई हैं। हमें जैसे इन्फॉर्मेशन मिलती है हम तुरंत कार्रवाई करते हुए हमने जो यहाँ के लोकल जो इन्फॉर्मेशन के मुताबिक 4 लोग थे उनको हमने इमीडिएटली राउंड अप कर लिया। उनसे फिर हमने पता करा तहकीकात में कि यहाँ पे जो मेन सप्लायर है यहाँ का प्रभजीत सिंह, जो पंगाली गांव का है रहने वाला, पंगवा गांव का रहने वाला है, उसको हमने अरेस्ट किया। फिर उससे पूछा तो यहाँ का जो किंग पिन है सप्लायर साहब सिंह है राजस्थान सी का रहने वाला, उसको भी हमने राउंड अप कर लिया और उससे हम छानबीन कर रहे हैं कि उसने कहाँ से मंगाया, आउटसाइड डिस्ट्रिक्ट मंगाया, आउटसाइड स्टेट मंगाया। तो जितनी भी फर्म से उन्होंने मंगाया हम पूरी की पूरी जितनी है इन फर्म्स को डिस्ट्रीब्यूशन जो इनकी मशीनरी है इनको पूरा का पूरा इनको हम डिस्ट्रॉय कर देंगे। हमें पंजाब गवर्नमेंट की तरफ से स्ट्रिक्ट इंस्ट्रक्शंस हैं कि ये जो ऐसी कार्रवाई कर रहे हैं, जो ऐसी इलिसिट लिकर जो लोगों को सेवन करा रहे हैं, तो उनको उनके खिलाफ सख्त से सख्त कार्रवाई करी जाए। दोबारा करिए। तो उनके खिलाफ हम सख्त से सख्त कार्रवाई कर रहे हैं। हमारी रात भर से ही टीम्स हैं जो लगातार रेड पे रेड कर रहे हैं और हमने जैसे मैंने बताया आपको जो मेन किंग पिन है उसको भी हमने राउंड अप कर लिया है और जितनी फर्म्स हैं बाहर की हमारी टीम्स जो इमीडिएटली मूव हो चुकी हैं। जो फर्म्स के वो जो मैन्युफैक्चरर्स हैं उनको भी जल्दी ही राउंड अप किया जाएगा और ये घटनाक्रम में हमने 2 FIR रजिस्टर करी हैं, बहुत ही स्ट्रिंजेंट सेक्शंस के अगेंस्ट करी हैं और इनको ये पूरा जो डिस्ट्रीब्यूशन नेटवर्क है इसको हम डिस्ट्रॉय करेंगे। इसमें कितने बंदे मारे, कितने हुए थे, कौन सी देसी दारू या इंग्लिश वाइन? इसकी जो बताने मुताबिक ये इन्होंने ऑनलाइन मेथनॉल ऑर्डर करी थी और उसको फिर ये एक कैन में लेके आया था और जो लोकल डिस्ट्रीब्यूटर था जिसका मैंने नाम आपको प्रभजीत बताया, प्रभजीत ने इसको डाइल्यूट करके
अपने जो डिस्ट्रीब्यूटर्स हैं उसको दे दिया था और फिर वो इनके पैकेट्स बना बना के इन लोगों को बेच रहे थे और ये भोले लोग जो मेहनत मजदूरी करके रात को ये इन्होंने शराब पी, उससे इनकी डेथ हो गई। हमारी तरफ से सिविल एडमिनिस्ट्रेशन के साथ डोर टू डोर जाया जा रहा है और जितने लोग इसमें अफेक्टेड हो सकते हैं उनको भी हम काबू करने की कोशिश कर रहे हैं। उनको हम कह रहे हैं कि आप अपना इलाज कराइए ताकि ज़्यादा से ज़्यादा हम कैजुअलिटीज़ को बचा सकें और लोग जो ये ट्रेजेडी हुई है उससे हम बाहर निकाल सकें। कितनी डेथ हुई? 15 डेथ्स हमारे पास इस टाइम जो इन्फॉर्मेशन है 14 डेथ्स कंफर्म्ड हैं और 6 लोग हैं जो हमारे वो इस टाइम हॉस्पिटलाइज्ड हैं। 5 गांव हैं, मरड़ी, पतालपुरी, थीरेवाल, पंगाली और तलवंडी फूमन, ये गांव में ये इंसिडेंट। एफआईआर मजीठा थाना में भी, कत्तू नंगल थाना में भी अंडर 304 और अंडर आईपीसी 105 बीएनएस और 61A एक्साइज एक्ट जो कि बहुत ही स्ट्रिंजेंट सेक्शन है जिसमें उम्र कैद की सजा भी है, वो हमने लगाया। सर आगे से चेक किया जाएगा कि ऐसी घटना ना हो तो हर गांव चेकिंग की जा रही है? जी बिल्कुल, हमारी टीम्स ने ऑलरेडी बहुत ही पिछले दिनों में बहुत ज़्यादा एक्साइज एक्ट की हमने एफआईआर रजिस्टर करी हैं। आने वाले टाइम में हम और भी स्ट्रिंजेंटली ये मॉनिटर करेंगे और इसमें जो भी लोग इन्वॉल्व हैं, इवन कोई एडमिनिस्ट्रेशन से भी इन्वॉल्व है, उनके खिलाफ सख्त से सख्त कार्रवाई की जाएगी। नहीं पंजाबी जी। हाँ जी, मेरा नाम जसपाल जी। हाँ जी, मेरे बैफ है सरपंच सुशीला देवी, ਇਹੋ ਪਤਾਲਪੁਰੀ ਤੋਂ ਜੀ। ਆ ਪਹਿਲਾਂ ਜੀ ਸ਼ਰਾਬ ਰੂਪ ਦਿਨੇ ਵੀ ਪੀ ਲੈਂਦਾ ਰਿਹਾ, ਰਾਤ ਵੀ ਪੀ ਲੈਂਦਾ ਰਿਹਾ, ਦਿਨੇ ਵੀ ਪੀ ਲੈਂਦਾ ਰਿਹਾ ਤੇ ਉਹਨਾਂ ਦੀ ਹੁਣ ਮੌਤ ਹੋ ਗਈ ਆ। ਤੇ ਜਿਹੜਾ ਵਿਅਕਤੀ ਵੇਚਦਾ ਸੀ ਉਹ ਰਾਤ ਨੂੰ ਐਸਐਚਓ ਆਇਆ ਸਤਪਾਲ, ਉਹਨਾਂ ਨੂੰ ਲੈ ਗਿਆ। ਹਾਂਜੀ, ਜਿਹੜੇ ਵੇਚਦਾ ਜਿਹੜਾ ਸ਼ਰਾਬ ਵੇਚਦਾ ਸੀ, ਨਕੋਲ ਵੇਚਦਾ ਸੀ, ਉਹ ਲੈ ਗਏ ਆ। ਕਿੰਨੇ ਬੰਦੇ ਦੀ ਡੈਥ ਹੋਈ ਪਿੰਡ 'ਚ ਜੀ? ਇਹ ਦੋ ਬੰਦੇ ਦੀ ਹੋਈ ਜੀ। ਟੋਟਲ ਜਿਹੜੀ ਕਾਰਵਾਈ ਦੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਦੇ ਇਹੋ ਕਾਰਵਾਈ ਮੰਗ ਕਰਦੇ ਕਿ ਨਸ਼ਾ ਉਸ਼ਾ ਜਿਹੜਾ ਚੱਲਦਾ ਡਿਆ, ਨਕੋਲ ਕੁਲ ਚੱਲਦੇ ਤੇ ਬੰਦ ਉੱਤੇ ਹੋਣਾ ਚਾਹੀਦਾ ਜੀ। ਹਾਂਜੀ ਹਾਂਜੀ, ਜਿਹੜੀ ਮਤਲਬ ਗਰੀਬ ਜਨਤਾ ਪੂਰੀ ਹੋਈ ਹੈ, ਇਹਨਾਂ ਦੀ ਹੈਲਪ ਕੀਤਾ ਜਾਵੇ ਕਿ ਇਹਨਾਂ ਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਜੀ। ਹਾਂਜੀ।